ਵੈਲਕਮ ਟੂ ਮਾਈ ਚੈਨਲ ਸੀਰਤ ਐਜੂਕੇਸ਼ਨ ਲਰਨਿੰਗ ਪੁਆਇੰਟ 'ਤੇ ਆਪਾਂ ਰੀਡਿੰਗ ਸ਼ੁਰੂ ਕੀਤੀ ਹੋਈ ਹੈ ਸਕੂਲ ਬੁੱਕਸ ਦੀ। ਅੱਜ ਆਪਾਂ 13 ਲੈਸਨ ਕਰਾਂਗੇ। ਭਾਰਤ 200 ਈਸਾ ਪੂਰਵ ਤੋਂ 300 ਈਸਾ ਪੂਰਵ ਤੱਕ ਦੱਖਣ ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਖਣ ਕਿਹਾ ਜਾਂਦਾ ਹੈ। ਦੱਖਣ ਕਿਸ ਨੂੰ ਕਿਹਾ ਜਾਂਦਾ ਹੈ? ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਜਿਹੜਾ ਕਿ ਦੱਖਣ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਸੀ? ਦਕਸ਼ਿਨਾਪਥ ਕਿਹਾ ਜਾਂਦਾ ਸੀ। ਦੱਖਣ ਵਿੱਚ ਮੌਰੀਆ ਦੇ ਪ੍ਰਸਿੱਧ ਸ਼ਾਸਕ ਸਾਤਵਾਹਨ ਸਨ, ਜਿਨ੍ਹਾਂ ਨੇ ਲਗਭਗ 300 ਸਾਲ ਪਹਿਲੀ ਸਦੀ ਈਸਾ ਪੂਰਵ ਤੋਂ 220 ਈਸਵੀ ਤੱਕ ਰਾਜ ਕੀਤਾ ਸੀ। ਇਹਨਾਂ ਨੇ ਦੱਖਣ ਵਿੱਚ ਕੌਣ ਸਨ? ਮੌਰੀਆ ਦੇ ਪ੍ਰਸਿੱਧ ਸ਼ਾਸਕ ਸਾਤਵਾਹਨ ਸਨ। ਕਦੋਂ ਤੱਕ ਰਾਜ ਕੀਤਾ? ਪਹਿਲੀ ਸਦੀ ਤੋਂ ਲੈ ਕੇ 200 ਈਸਾ ਪੂਰਵ ਤੋਂ ਲੈ ਕੇ 220 ਈਸਵੀ ਤੱਕ। ਸਾਤਵਾਹਨ ਗੌਤਮੀ ਪੁੱਤਰ ਸਾਤਕਰਨੀ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ। ਉਸਨੇ 106 ਈਸਵੀ ਤੋਂ 1130 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਅਤੇ ਦਿਆਲੂ ਰਾਜਾ ਸੀ। ਗੌਤਮੀ ਪੁੱਤਰ ਸਾਤਕਰਨੀ ਕੀ ਸੀ? ਇੱਕ ਮਹਾਨ ਸਾਤਵਾਹਨ ਸ਼ਾਸਕ ਸੀ। ਅਤੇ ਉਸਨੇ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ ਸੀ? 106 ਤੋਂ 130 ਈਸਵੀ ਤੱਕ ਜਿਹੜਾ ਕਿ ਰਾਜ ਕੀਤਾ ਸੀ ਉਸਨੇ। ਗੌਤਮੀ ਪੁੱਤਰ ਸਾਤਕਰਨੀ ਦਾ ਉੱਤਰਾਧਿਕਾਰੀ ਉਸਦਾ ਪੁੱਤਰ ਵਸਿਸ਼ਟੀ ਪੁਲਮਾਇਵ ਨੇ 130 ਤੋਂ 154 ਈਸਵੀ ਤੱਕ ਰਾਜ ਕੀਤਾ। ਉਸਨੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਜ਼ਿਲ੍ਹੇ ਦੇ ਪ੍ਰਤਿਸ਼ਠਾਨ ਨਾਮੀ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ। ਗੌਤਮੀ ਪੁੱਤਰ ਸਾਤਕਰਨੀ ਤੋਂ ਬਾਅਦ ਕੌਣ ਉਸਦਾ ਉੱਤਰਾਧਿਕਾਰੀ ਬਣਿਆ? ਵਸਿਸ਼ਟੀ ਪੁਲਮਾਇਵ ਉਹਦਾ ਪੁੱਤਰ ਸੀ। ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? 130 ਤੋਂ 154 ਈਸਵੀ ਤੱਕ। ਮਹਾਰਾਸ਼ਟਰ ਵਿੱਚ ਔਰੰਗਾਬਾਦ ਜ਼ਿਲ੍ਹੇ 'ਚ ਉਸਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਪ੍ਰਤਿਸ਼ਠਾਨ ਨਾਮੀ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਸਾਤਵਾਹਨਾਂ ਦਾ ਅੰਤਿਮ ਸ਼ਾਸਕ ਮਹਾਨ ਕੌਣ ਸੀ? ਜਗਸ਼੍ਰੀ ਸਾਤਕਰਨੀ ਸੀ। ਉਸਨੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਆਖਰੀ ਸ਼ਾਸਕ ਕੌਣ ਸੀ ਸਾਤਵਾਹਨਾਂ ਦਾ? ਜਗਸ਼੍ਰੀ ਸਾਤਕਰਨੀ ਸੀ। ਮਲਾਇਆ ਵਿੱਚ ਹਾਜੀ ਮੁਹਿੰਮਾਂ ਭੇਜੀਆਂ। ਉਸਦੀ ਮੌਤ ਤੋਂ ਬਾਅਦ ਸਾਤਵਾਹਨ ਵੰਸ਼ ਦਾ ਪਤਨ ਅਤੇ 220 ਈਸਵੀ ਤੱਕ ਵਿੱਚ ਰਾਜ ਦਾ ਅੰਤ ਹੋ ਗਿਆ ਸੀ। ਜਿਹੜਾ ਕਿ ਸੀ ਮਹੱਤਵਪੂਰਨ ਆਖਰੀ ਸ਼ਾਸਕ ਸੀ ਜਗਸ਼੍ਰੀ ਸਾਤਕਰਨੀ ਸੀ। ਇਸ ਤੋਂ ਬਾਅਦ ਜਿਹੜਾ ਕਿ ਸਾਤਵਾਹਨ ਦਾ ਰਾਜ ਦਾ ਜਿਹੜਾ ਕਿ ਵੰਸ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਸ਼ਾਸਨ ਪ੍ਰਬੰਧ ਕਿਵੇਂ ਦਾ ਸੀ? ਰਾਜਾ ਨੂੰ ਧਰਮ ਦਾ ਰੱਖਿਅਕ ਅਤੇ ਦੈਵੀ ਸ਼ਕਤੀਆਂ ਦਾ ਧਾਰਨੀ ਮੰਨਿਆ ਜਾਂਦਾ ਸੀ। ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਦੇ ਅਧਿਕਾਰੀ ਨੂੰ ਅਮਾਤਯ ਅਤੇ ਮਹਾਮਾਤਰ ਕਿਹਾ ਜਾਂਦਾ ਸੀ। ਪੇਂਡੂ ਇਲਾਕਿਆਂ ਦਾ ਰਾਜ ਪ੍ਰਬੰਧ ਗੋਲਮੀਕਾ ਦੁਆਰਾ ਚਲਾਇਆ ਜਾਂਦਾ ਸੀ। ਰਾਜਾ ਨੂੰ ਧਰਮ ਦਾ ਕੀ ਮੰਨਿਆ ਜਾਂਦਾ ਸੀ? ਰੱਖਿਅਕ ਅਤੇ ਦੈਵੀ ਸ਼ਕਤੀਆਂ ਦਾ ਧਾਰਨੀ ਸੀ ਰਾਜਾ। ਸਾਮਰਾਜ ਨੂੰ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਪ੍ਰਾਂਤਾਂ ਵਿੱਚ। ਪ੍ਰਾਂਤਾਂ ਦਾ ਸ਼ਾਸਨ ਪ੍ਰਬੰਧ ਕੌਣ ਚਲਾਉਂਦਾ ਸੀ? ਸੈਨਾਪਤੀ। ਅੱਗੇ ਪ੍ਰਾਂਤਾਂ ਨੂੰ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਜ਼ਿਲ੍ਹਿਆਂ ਵਿੱਚ। ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕੀ ਕਿਹਾ ਜਾਂਦਾ ਸੀ? ਅਮਾਤਯ ਅਤੇ ਮਹਾਮਾਤਰ। ਫਿਰ ਉਸ ਜ਼ਿਲ੍ਹਿਆਂ ਤੋਂ ਬਾਅਦ ਪੇਂਡੂ ਇਲਾਕਿਆਂ ਦਾ ਰਾਜ ਪ੍ਰਬੰਧ ਆ ਜਾਂਦਾ। ਉਹਨਾਂ ਨੂੰ ਕੌਣ ਚਲਾਉਂਦਾ ਸੀ? ਗੋਲਮੀਕਾ। ਆਰਥਿਕ ਦਸ਼ਾ। ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ। ਉਹਨਾਂ ਦੇ ਅੰਦਰੂਨੀ ਅਤੇ ਵਿਦੇਸ਼ੀ ਦੋਵਾਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਸਾਤਵਾਹਨ ਰਾਜ ਵਿੱਚ ਪੱਛਮੀ ਅਤੇ ਪੂਰਬੀ ਤੱਟਾਂ 'ਤੇ ਸਥਿਤ ਬੰਦਰਗਾਹਾਂ ਵੀ ਸ਼ਾਮਲ ਸਨ। ਬੰਦਰਗਾਹਾਂ ਅਰਬ, ਈਰਾਨ, ਮਿਸਰ, ਬਰਮਾ ਅਤੇ ਮਲਾਇਆ ਵਰਗੇ ਦੇਸ਼ਾਂ ਨਾਲ ਵਿਦੇਸ਼ੀ ਵਪਾਰ ਦਾ ਕੇਂਦਰ ਬਣ ਗਈਆਂ ਸਨ। ਸ਼ਰਾਬ, ਤਾਂਬਾ, ਸ਼ੀਸ਼ਾ ਅਤੇ ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਮੰਗਵਾਏ ਜਾਂਦੇ ਸਨ। ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੀਆਂ ਵਸਤਾਂ ਦੇ ਬਦਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਭਾਰਤ ਵਿੱਚ ਲਿਆਂਦੇ ਜਾਂਦੇ ਸਨ। ਧਰਮ ਕਿਸ ਤਰ੍ਹਾਂ ਦਾ ਸੀ? ਆਰਥਿਕ ਦਸ਼ਾ ਵਿੱਚ ਤਾਂ ਕੁਝ ਸਮਝਾਉਣ ਦੀ ਲੋੜ ਵੀ ਨਹੀਂ ਹੈਗੀ। ਧਰਮ। ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸਨ। ਸਾਤਵਾਹਨ ਕਿਹੜੇ ਧਰਮ ਦੇ ਅਨੁਯਾਈ ਸਨ? ਹਿੰਦੂ ਧਰਮ ਦੇ। ਆਮ ਤੌਰ 'ਤੇ ਵਿਸ਼ਨੂੰ ਅਤੇ ਸ਼ਿਵ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਵਪਾਰੀ ਲੋਕ ਬੁੱਧ ਧਰਮ ਨੂੰ ਮੰਨਦੇ ਸੀ। ਵਪਾਰੀ ਲੋਕ ਕਿਹੜੇ ਧਰਮ ਨੂੰ ਮੰਨਦੇ ਸੀ? ਬੁੱਧ ਧਰਮ ਨੂੰ। ਕਲਾ ਅਤੇ ਭਵਨ ਨਿਰਮਾਣ ਕਲਾ। ਸਾਤਵਾਹਨਾਂ ਨੇ ਪੱਛਮੀ ਦੱਖਣ ਵਿੱਚ ਪੱਥਰ ਕੱਟ ਭਵਨ ਨਿਰਮਾਣ ਕਲਾ ਅਤੇ ਗੁਫਾ ਮੰਦਰ ਨੂੰ ਸਰਪ੍ਰਸਤੀ ਦਿੱਤੀ। ਪੱਥਰ ਕੱਟ ਭਵਨ ਨਿਰਮਾਣ ਕਲਾ ਕਿਹਨਾਂ ਨੇ ਬਣਾਈ? ਸਾਤਵਾਹਨਾਂ ਨੇ। ਪੂਨੇ ਦੇ ਨੇੜੇ ਕਾਰਲੇ ਦਾ ਪੱਥਰ ਕੱਟ ਗੁਫਾ ਦੀ ਬਣਤਰ ਦਾ ਚੈਤਿਆ ਹਾਲ ਬਹੁਤ ਪ੍ਰਸਿੱਧ ਹੈ। ਚੈਤਿਆ ਹਾਲ ਹੈ ਜਿਹੜਾ ਕਿਸ ਤਰ੍ਹਾਂ ਬਣਾਈ ਗਈ ਉਹ ਗੁਫਾ? ਪੱਥਰ ਕੱਟ ਗੁਫਾ ਬਣਾਈ ਗਈ ਹੈ। ਚੈਤਿਆ ਦੇ ਨਾਲ ਬੋਧੀ ਭਿਕਸ਼ੂਆਂ ਲਈ ਪ੍ਰਾਰਥਨਾ ਜਾਂ ਸਭਾ ਹਾਲ ਸਨ, ਜੋ ਪੱਥਰ ਕੱਟ ਵਿਹਾਰ ਜਾਂ ਮੱਠ ਦੇ ਨੇੜੇ ਬਣਾਏ ਗਏ ਸਨ। ਇੱਕ ਵਿਹਾਰ ਵਿੱਚ ਇੱਕ ਹਾਲ, ਜਿਸ ਦਾ ਦਰਵਾਜ਼ਾ ਉੱਪਰ ਵੱਲ ਇੱਕ ਬਰਾਂਡੇ ਵਿੱਚ ਖੁੱਲ੍ਹਦਾ ਸੀ। ਦੇਖ ਸਕਦੇ ਹੋ ਤੁਸੀਂ ਕਾਰਲੇ ਦੀ ਗੁਫਾ ਦਾ ਅੰਦਰਲਾ ਦ੍ਰਿਸ਼ ਕਿਸ ਤਰ੍ਹਾਂ ਪੱਥਰ ਕੱਟ ਨਾਲ ਉਹ ਬਣਾਈ ਗਈ ਹੈ। ਸਾਤਵਾਹਨਾਂ ਨੇ ਬਹੁਤ ਸਾਰੇ ਸਤੂਪ ਵੀ ਬਣਾਏ। ਸਾਂਚੀ ਦੇ ਸਤੂਪਾਂ ਨਾਲੋਂ ਅਮਰਾਵਤੀ ਸਤੂਪ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ।
ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਤਰਾਸ਼ੀ ਘੰਟਸਾਲ ਅਤੇ ਨਾਗ ਅਰਜੁਨ ਕੋਂਡਾ ਵਿਖੇ ਗੋਦਾਵਰੀ ਡੈਲਟਾ ਵਿੱਚ ਵੀ ਸਤੂਪ ਸਥਾਪਿਤ ਕੀਤੇ ਗਏ, ਪਰੰਤੂ ਉਹ ਹੁਣ ਨਹੀਂ ਹਨ। ਬੁੱਧ ਦੀ ਜਿਹੜੀ ਸਾਰੀ ਜੀਵਨ ਦੀ ਕਹਾਣੀ ਹੈ, ਕਿਹੜਾ ਚਿੱਤਰ ਦਰਸਾਉਂਦਾ? ਅਮਰਾਵਤੀ ਦਾ ਸਤੂਪ ਹੈ ਜਿਹੜਾ ਕਿ ਬੁੱਧ ਦੀ ਜੀਵਨ ਦੀ ਕਹਾਣੀ ਦੱਸਦਾ ਹੈ। ਦੱਖਣ ਅਤੇ ਦੱਖਣੀ ਭਾਰਤੀ ਮਹਾਂਪਛਾਣ ਸੰਸਕ੍ਰਿਤੀ 200 ਈਸਾ ਪੂਰਵ ਵਿੱਚ ਲੋਹੇ ਦੀ ਖੋਜ ਭਾਰਤੀ ਸਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। ਲੋਹਾ ਤਾਂਬੇ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਇਹ ਜ਼ਿਆਦਾ ਲਾਭਦਾਇਕ ਹੈ। ਇਹ ਜਲਦੀ ਹੀ ਲੋਕਪ੍ਰਿय ਹੋ ਗਿਆ ਅਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ ਅਤੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ। ਦੱਖਣ ਅਤੇ ਦੱਖਣੀ ਭਾਰਤ ਵਿੱਚ ਇਸ ਦਾ ਪ੍ਰਯੋਗ ਲਗਭਗ 1200 ਈਸਵੀ ਪੂਰਵ ਵਿੱਚ ਹੋਇਆ। ਇਸ ਦੀ ਵਰਤੋਂ ਕਰਨ ਵਾਲੇ ਲੋਕ ਮਹਾਂਪਛਾਣ ਨਿਰਮਾਤਾ ਦੇ ਨਾਂ ਨਾਲ ਪ੍ਰਸਿੱਧ ਹਨ। ਇਹ ਨਾਂ ਉਹਨਾਂ ਦੇ ਮੂਰਤੀਆਂ ਨੂੰ ਦਫ਼ਨਾਉਣ ਦੇ ਇੱਕ ਖਾਸ ਰਿਵਾਜ ਕਾਰਨ ਦਿੱਤਾ ਗਿਆ। ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਛਾਣ ਕਿਹਾ ਜਾਂਦਾ। ਇਹ ਲੋਕ ਮੁਰਦਿਆਂ ਨੂੰ ਦਫ਼ਨਾ ਕੇ ਉਹਨਾਂ ਦੇ ਚਾਰੇ ਪਾਸੇ ਵਿਸ਼ਾਲ ਪੱਥਰ ਦਾ ਇੱਕ ਘੇਰਾ ਬਣਾਉਂਦੇ ਸਨ। ਇਸ ਤਰ੍ਹਾਂ ਇੱਕ ਗੋਲ ਬਾੜਾ ਬਣ ਜਾਂਦਾ ਸੀ। ਇਸ ਤਰ੍ਹਾਂ ਦੀਆਂ ਕਬਰਾਂ ਦੁਨੀਆ ਦੇ ਹੋਰ ਭਾਗਾਂ ਵਿੱਚ ਵੀ ਪ੍ਰਾਪਤ ਹੋਈਆਂ ਹਨ। ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਮਨੁੱਖ ਮਰਨ ਤੋਂ ਬਾਅਦ ਦੂਜੀ ਦੁਨੀਆ ਵਿੱਚ ਚਲੇ ਜਾਂਦੇ ਹਨ। ਮਹਾਂਪਛਾਣ ਸੰਸਕ੍ਰਿਤੀ ਬਾਰੇ ਦੱਸਿਆ ਗਿਆ ਕਿ ਮਹਾਂਪਛਾਣ ਕੀ ਹੁੰਦਾ ਸੀ? ਇੱਕ ਪੱਥਰ ਹੁੰਦਾ ਸੀ ਜਿਸ ਨੂੰ ਕਿ ਮਰਨ ਤੋਂ ਬਾਅਦ ਜਿਹੜਾ ਇਨਸਾਨ ਮਰ ਜਾਂਦਾ ਸੀ ਉਸਨੂੰ ਦਫ਼ਨਾਉਣ ਲਈ ਉਸਦੇ ਆਲੇ ਦੁਆਲੇ ਜਿਹੜਾ ਲਗਾਇਆ ਜਾਂਦਾ ਸੀ, ਕਿਉਂਕਿ ਉਹ ਜਿਹੜੀ ਕਿ ਮਰਨ ਤੋਂ ਬਾਅਦ ਆ ਜਿਹੜੀ ਕਿ ਦੂਜੀ ਦੁਨੀਆ ਦੇ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਨੂੰ ਉੱਥੇ ਵੀ ਆਪਣੀਆਂ ਵਸਤੂਆਂ ਦੀ ਜ਼ਰੂਰਤ ਪੈਂਦੀ ਹੋਵੇਗੀ, ਇਸ ਲਈ ਮਰਨ ਵਾਲਿਆਂ ਦੀਆਂ ਵਸਤੂਆਂ ਜਿਵੇਂ ਭਾਂਡੇ, ਔਜ਼ਾਰ, ਹਥਿਆਰ ਅਤੇ ਉਹਨਾਂ ਦੇ ਨਾਲ ਹੀ ਦਫ਼ਨਾ ਦਿੱਤੇ ਜਾਂਦੇ ਸਨ। ਖੁਦਾਈ ਰਾਹੀਂ ਪ੍ਰਾਪਤ ਹੋਈਆਂ ਇਹਨਾਂ ਵਸਤਾਂ ਦੀ ਖੋਜ ਉਸ ਸਮੇਂ ਦੀ ਸੰਸਕ੍ਰਿਤੀ ਜਾਣਨ ਬਾਰੇ ਜਾਣਕਾਰੀ ਮਿਲਦੀ ਹੈ। ਮਹਾਂਪਛਾਣ ਕਾਲ ਦੇ ਖੰਡਰਲੀ ਸਥਾਨਾਂ ਤੋਂ ਮਿਲੇ ਹਨ, ਜਿਵੇਂ ਕਿ ਮਹਾਰਾਸ਼ਟਰ ਵਿੱਚ ਇਨਾਮਗਾਓ, ਤਕਲਾਕਾਟ, ਮਹੂਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ, ਕੋਪਵਲ ਅਤੇ ਬ੍ਰਹਮਗਿਰੀ। ਇਹ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਵਰਤਦੇ ਸਨ, ਇਸ ਕਾਰਨ ਇਹਨਾਂ ਨੂੰ ਕਾਲੇ ਅਤੇ ਲਾਲ ਬਰਤਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹੜੇ ਬਰਤਨ ਜਿਹੜੇ ਕਿ ਉਹ ਲੋਕ ਕਾਲੇ ਅਤੇ ਲਾਲ ਮਿੱਟੀ ਦੇ ਬਰਤਨ ਵਰਤਦੇ ਸੀ, ਇਹਨਾਂ ਨੂੰ ਕਾਲੇ ਅਤੇ ਲਾਲ ਬਰਤਨ ਕਿਹਾ ਜਾਂਦਾ। ਸਾਤਵਾਹਨ ਲੋਕ ਸੀ ਕਾਲੇ ਅਤੇ ਲਾਲ ਰੰਗ ਦੀ ਮਿੱਟੀ ਦੇ ਬਰਤਨ ਵਰਤਦੇ ਸੀ। ਇਹਨਾਂ ਵਿੱਚ ਕਈ ਤਰ੍ਹਾਂ ਦੇ ਘੜੇ ਅਤੇ ਦੂਜੇ ਬਰਤਨ ਸ਼ਾਮਲ ਸਨ। ਕਈ ਬਰਤਨ ਚੱਕ ਉੱਤੇ ਬਣਾਏ ਜਾਂਦੇ ਸਨ। ਤਾਮਿਲਨਾਡੂ ਵਿੱਚ ਕੁਝ ਵੱਡੇ ਘੜਿਆਂ ਵਿੱਚ ਸਵਾਹ ਅਤੇ ਹੱਡੀਆਂ ਭਰੀਆਂ ਹੋਈਆਂ ਪ੍ਰਾਪਤ ਹੋਈਆਂ ਹਨ। ਲੋਕ ਖੇਤੀਬਾੜੀ ਅਤੇ ਸ਼ਿਕਾਰ ਦੋਵਾਂ ਤਰ੍ਹਾਂ ਦੇ ਕਿੱਤੇ ਕਰਦੇ ਸਨ। ਦਾਤੀ, ਕੁਹਾੜੀ, ਕੁਦਾਲ ਵਰਗੇ ਔਜ਼ਾਰਾਂ ਅਤੇ ਚਾਵਲ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਖੇਤੀ ਦਾ ਕਿੱਤਾ ਕਾਫੀ ਉੱਨਤ ਸੀ, ਪਰੰਤੂ ਭਾਲੇ, ਛੁਰੇ, ਤੀਰਾਂ ਦੇ ਨੁਕੀਲੇ ਹਿੱਸੇ ਆਦਿ ਹਥਿਆਰਾਂ ਦੀ ਮਾਤਰਾ ਜ਼ਿਆਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਿਕਾਰ ਜ਼ਿਆਦਾ ਲੋਕਪ੍ਰਿय ਸੀ। ਦੱਖਣੀ ਭਾਰਤ ਵਿੱਚ ਕਿਹੜੇ ਜਿਹੜੇ ਸੀ ਵੰਸ਼ ਨੇ, ਕਿਹੜੇ ਰਾਜਿਆਂ ਨੇ ਰਾਜ ਕੀਤਾ, ਆਪਾਂ ਪੜ੍ਹਦੇ ਹਾਂ। ਦੱਖਣੀ ਭਾਰਤ ਵਿੱਚ ਪਹਿਲਾਂ ਦਾ ਕੌਰਮੰਡਲ ਚੌਲ ਰਾਜ ਕਾਵੇਰੀ ਡੈਲਟਾ ਵਿੱਚ ਸਥਿਤ ਹੈ। ਚੌਲ ਰਾਜ ਜਿਹੜਾ ਕਿੱਥੇ ਸਥਿਤ ਸੀ? ਕਾਵੇਰੀ ਡੈਲਟਾ ਦੇ ਵਿੱਚ ਸਥਿਤ। ਇਸ ਦੀ ਰਾਜਧਾਨੀ ਕੀ ਸੀ? ਉਰਿਯੂਰ ਜਾਂ ਵਰਤਮਾਨ ਤ੍ਰਿਚਨਾਪਲੀ। ਚੌਲ ਰਾਜਵੰਸ਼ ਦੀ ਰਾਜਧਾਨੀ ਕਿਹੜੀ ਸੀ? ਉਰਿਯੂਰ ਤੇ ਵਰਤਮਾਨ ਕੀ ਨਾਮ ਹੈ? ਤ੍ਰਿਚਨਾਪਲੀ। ਇੱਕ ਪ੍ਰਸਿੱਧ ਚੌਲ ਰਾਜਾ ਕਾਰੀਕਲ ਨੇ ਗੁਆਂਢੀ ਚੇਰ ਅਤੇ ਪਾਂਡਿਆ ਰਾਜਾਂ ਉੱਤੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਪ੍ਰਸਿੱਧ ਚੌਲ ਰਾਜਾ ਕਿਹੜਾ ਸੀ? ਕਾਰੀਕਲ ਤੇ ਗੁਆਂਢੀ ਚੇਰ ਅਤੇ ਗੁਆਂਢੀ ਰਾਜ ਕਿਹੜੇ ਸੀ? ਚੇਰ ਅਤੇ ਪਾਂਡਿਆ ਰਾਜ ਦੀ ਰਾਜਧਾਨੀ ਮਦੁਰਾ ਸੀ। ਪ੍ਰਸ਼ਨ ਆ ਸਕਦਾ ਕਿ ਪਾਂਡਿਆ ਰਾਜ ਦੀ ਰਾਜਧਾਨੀ ਕੀ ਸੀ? ਮਦੁਰਾ। ਪਾਂਡਿਆ ਰਾਜ ਆਪਣੇ ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ। ਕਿਸ ਲਈ ਪ੍ਰਸਿੱਧ ਸੀ ਪਾਂਡਿਆ ਰਾਜ? ਆਪਣੇ ਮੋਤੀਆਂ ਦੇ ਵਪਾਰ ਲਈ। ਨੇਂਦੂਜਾਦਾਇਨ ਇੱਕ ਪ੍ਰਸਿੱਧ ਪਾਂਡਿਆ ਸ਼ਾਸਕ ਮਦੁਰਾ ਵਿਖੇ ਹੋਣ ਵਾਲੀਆਂ ਮਹਾਨ ਸਾਹਿਤਕ ਸਭਾਵਾਂ ਦੇ ਸਰਪ੍ਰਸਤਾਂ ਵਿੱਚੋਂ ਸ਼ਾਇਦ ਇੱਕ ਸੀ। ਚੇਰ ਰਾਜ ਦਾ ਕੇਰਲ ਪੁੱਤਰ, ਜਿਸ ਵਿੱਚ ਸਮੁੰਦਰ ਅਤੇ ਪੱਛਮੀ ਘਾਟ ਵਿਚਕਾਰਲੀ ਜ਼ਮੀਨ ਦੀ ਤੰਗ ਪੱਟੀ ਸ਼ਾਮਲ ਸੀ। ਚੇਰ ਰਾਜ ਸੀ ਕੇਰਲ ਪੁੱਤਰ, ਜਿਸ ਵਿੱਚ ਸਮੁੰਦਰ ਅਤੇ ਪੱਛਮੀ ਘਾਟਾਂ ਵਿਚਕਾਰਲੀ ਜ਼ਮੀਨ ਦੀ ਤੰਗ ਪੱਟੀ ਸ਼ਾਮਲ ਸੀ। ਇਸ ਵਿੱਚ ਮਾਲਾਬਾਰ, ਕੋਚੀਨ, ਵਰਤਮਾਨ ਟਰਾਵਨਕੋਰ ਸ਼ਾਮਲ ਸਨ। ਇਸ ਦੀ ਰਾਜਧਾਨੀ ਵੰਜੀ ਸੀ। ਚੇਰ ਦੀ ਰਾਜਧਾਨੀ ਕੀ ਸੀ? ਵੰਜੀ ਸੀ। ਪਿਰੂਨਾਰ, ਆਦਨ ਦੂਜਾ, ਸੈਨਾਗੁੱਤੇਵਾਲ ਆਦਿ ਮਹਾਨ ਸ਼ਾਸਕ ਸੀ। ਚੇਰ ਦੇ ਮਹਾਨ ਸ਼ਾਸਕ ਕਿਹੜੇ ਸੀ? ਪਿਰੂਨਾਰ, ਆਦਨ ਦੂਜਾ ਤੇ ਸੈਨਾਗੁੱਤੇਵਾਲ। ਇਹ ਜਾਪਦਾ ਹੈ ਕਿ ਚੇਰ ਰਾਜ ਦੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵ ਤੋਂ ਹੀ ਸੰਬੰਧ ਸਥਾਪਿਤ ਹੋ ਗਏ ਸਨ। ਵਪਾਰ ਕਿਵੇਂ ਦਾ ਸੀ ਚੌਲ ਪਾਂਡੇ ਚੇਰ ਦਾ? ਚੌਲ ਪਾਂਡੇ ਚੇਰ ਇਹ ਤਿੰਨੇ ਰਾਜ ਮਿਸਰ, ਅਰਬ, ਰੋਮ ਸਾਮਰਾਜ ਦੇ ਪੂਰਬ ਵੱਲ, ਮਲਾਇਆ ਤੇ ਚੀਨ ਨਾਲ ਵਪਾਰ ਕਰਦੇ ਸਨ।
ਟੋਡੀ ਮੁਜੀਰਸ, ਕਵੇਰੀਪਟਨਮ, ਅਰਿਕਮੇਡੂ ਅਤੇ ਕਾਰਕਾਈ ਵਪਾਰਕ ਸੈਂਟਰਾਂ ਵਿੱਚ ਕੁਝ ਸਨ ਜੋ ਸਮੁੰਦਰੋਂ ਪਾਰ ਵਪਾਰ ਕਰਕੇ ਖੁਸ਼ਹਾਲ ਹੋਏ ਸਨ। ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀ, ਸਿਲਕ, ਮਲਮਲ, ਵਧੀਆ ਸੂਤੀ ਕੱਪੜਾ, ਪੰਛੀ ਅਤੇ ਪਸ਼ੂ ਜਿਵੇਂ ਮੋਰ ਅਤੇ ਬਾਂਦਰ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਂਦੇ ਸਨ। ਕਿਹੜੇ ਪੰਛੀ ਸੀ ਜਿਹੜੇ ਬਾਹਰ ਭੇਜੇ ਜਾਂਦੇ? ਪੰਛੀ, ਮੋਰ ਅਤੇ ਬਾਂਦਰ। ਰੋਮ ਦੇ ਲੋਕ ਸ਼ੁੱਧ ਸੋਨੇ ਨਾਲ ਭਾਰਤੀ ਵਸਤੂਆਂ ਖਰੀਦਦੇ ਸਨ। ਰੋਮ ਦੇ ਸੋਨੇ ਨਾਲ ਦੱਖਣ ਦੇ ਭਾਰਤੀ ਰਾਜ ਬਹੁਤ ਅਮੀਰ ਹੋ ਗਏ ਸਨ। ਕਿਹੜੇ ਦੇਸ਼ ਦੇ ਲੋਕ ਸੀ ਜਿਹੜੇ ਸੋਨੇ ਨਾਲ ਭਾਰਤੀ ਚੀਜ਼ਾਂ ਖਰੀਦਦੇ ਸੀ? ਰੋਮ ਦੇ। ਲੋਕਾਂ ਦਾ ਜੀਵਨ ਕਿਵੇਂ ਦਾ ਸੀ? ਦੱਖਣੀ ਭਾਰਤ ਦੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਸਨ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਸੀ। ਸ਼ਾਹੀ ਖਾਨਦਾਨ ਅਤੇ ਅਮੀਰ ਲੋਕ ਨਗਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ। ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਤੱਟਾਂ ਨਾਲ ਲੱਗਦੇ ਨਗਰਾਂ ਵਿੱਚ ਰਹਿੰਦੇ ਸਨ ਜਿੱਥੇ ਵਪਾਰ ਕਰਨਾ ਸੌਖਾ ਹੁੰਦਾ ਸੀ। ਲੋਕ ਆਪਣੇ ਕਿੱਤਿਆਂ ਅਤੇ ਹੁਨਰਾਂ ਦੇ ਟੈਕਸ ਦਿੰਦੇ ਸਨ। ਸੰਗੀਤ, ਨਾਚ, ਕਵਿਤਾ, ਉਚਾਰਨ ਅਤੇ ਜੂਆ ਆਦਿ ਮਨੋਰੰਜਨ ਦੀਆਂ ਕਿਸਮਾਂ ਸਨ। ਬੀਣਾ, ਬੰਸਰੀਆਂ, ਤਾਰਾਂ ਦੀ ਤਰੰਗ ਵਾਲੇ ਔਜ਼ਾਰ ਅਤੇ ਢੋਲ ਵਰਗੇ ਸੁਰੀਲੇ ਸੰਗੀਤ ਦੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਧਰਮ ਕਿਵੇਂ ਦਾ ਸੀ? ਉੱਤਰੀ ਭਾਰਤ ਦੇ ਧਾਰਮਿਕ ਵਿਚਾਰ ਜਿਵੇਂ ਕਿ ਵੈਦਿਕ ਦੇਵਤਿਆਂ ਦੀ ਪੂਜਾ, ਬੁੱਧ ਮੱਤ ਅਤੇ ਜੈਨ ਮੱਤ ਦੇ ਸਿਧਾਂਤ ਦੱਖਣੀ ਲੋਕਾਂ ਵਿੱਚ ਮਸ਼ਹੂਰ ਸਨ। ਕਿਹੜਾ ਧਰਮ ਅਪਣਾਉਂਦੇ ਸਨ? ਵੈਦਿਕ ਦੇਵਤਿਆਂ ਦੀ ਪੂਜਾ ਵੀ ਕਰਦੇ ਸਨ, ਬੁੱਧ ਧਰਮ ਤੇ ਜੈਨ ਧਰਮ ਨੂੰ ਵੀ ਮੰਨਦੇ ਸਨ। ਫਿਰ ਵੀ ਬਹੁ ਸੰਖਿਆ ਵਿੱਚ ਲੋਕਾਂ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਜਾਰੀ ਰੱਖੀ। ਉੱਤਰ ਦਿਸ਼ਾ ਵਿੱਚ ਕਾਰਤਿਕ ਨਾਂ ਨਾਲ ਜਾਣਿਆ ਜਾਂਦਾ ਮੋਰਗਨ ਦੱਖਣ ਵਿੱਚ ਇੱਕ ਪ੍ਰਸਿੱਧ ਦੇਵਤਾ ਹੈ। ਉੱਤਰ ਦਿਸ਼ਾ ਵਿੱਚ ਕਿਹੜਾ ਕਾਰਤਿਕ ਨਾਂ ਨਾਲ ਜਾਣਿਆ ਜਾਂਦਾ ਹੈ? ਮੋਰਗਨ ਦੱਖਣ ਵਿੱਚ ਪ੍ਰਸਿੱਧ ਦੇਵਤਾ ਹੈ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਇੱਕ ਵੱਡਾ ਹਿੱਸਾ ਵੀ ਸਮੁੰਦਰੀ ਦੇਵਤਿਆਂ ਦੀ ਪੂਜਾ ਕਰਦਾ ਹੈ। ਈਸਾਈ ਮਤ 100 ਈਸਵੀ ਵਿੱਚ ਪੱਛਮੀ ਏਸ਼ੀਆ ਵਿੱਚ ਇੱਕ ਨਵਾਂ ਧਰਮ ਈਸਾਈ ਮਤ ਉਤਪੰਨ ਹੋਇਆ। ਈਸਾਈ ਮਤ ਪੱਛਮੀ ਏਸ਼ੀਆ ਵਿੱਚ ਕਦੋਂ ਉਤਪੰਨ ਹੋਇਆ? 100 ਈਸਵੀ ਵਿੱਚ ਜੋ ਭਾਰਤ ਵਿੱਚ ਲਿਆਂਦਾ ਗਿਆ। ਉਸ ਦਾ ਧਰਮ ਉਪਦੇਸ਼ ਈਸਾ ਮਸੀਹ ਦੁਆਰਾ ਦਿੱਤਾ ਗਿਆ। ਇਹ ਮੁੱਢਲੇ ਯਹੂਦੀ ਧਰਮ ਦੇ ਆਧਾਰਿਤ ਸੀ। ਈਸਾਈ ਮਤ ਦਾ ਕੀ ਸੀ ਉਦੇਸ਼? ਈਸਾ ਮਸੀਹ ਦੁਆਰਾ ਦਿੱਤਾ ਗਿਆ ਉਪਦੇਸ਼ ਸੀ ਜਿਹੜਾ ਉਹਦਾ ਵਿਕਾਸ ਕਰਨਾ ਸੀ, ਜਿਹੜਾ ਸਿਰਫ ਇੱਕ ਪਰਮਾਤਮਾ ਦੀ ਪੂਜਾ ਕਰਨ ਦੀ ਸਿੱਖਿਆ ਦਿੰਦਾ ਸੀ। ਈਸਾਈ ਧਰਮ ਦੇ ਸਾਰੇ ਯੂਰਪ ਵਿੱਚ ਬਹੁਤ ਸਾਰੇ ਰੂਪਾਂ ਵਿੱਚ ਪ੍ਰਸਾਰ ਹੋਇਆ ਜਿੱਥੇ ਇਹ ਇੱਕ ਪ੍ਰਸਿੱਧ ਧਰਮ ਬਣ ਗਿਆ। ਭਾਰਤ ਵਿੱਚ ਈਸਾਈ ਧਰਮ ਦਾ ਪ੍ਰਸਾਰ ਸਭ ਤੋਂ ਪਹਿਲਾਂ ਮਾਲਾਬਾਰ ਤੱਟ ਅਤੇ ਚੇਨਈ ਦੇ ਲੋਕਾਂ ਵਿੱਚ ਹੋਇਆ। ਸ਼ਿਲਾਲੇਖ ਪ੍ਰਮਾਣ ਤੋਂ ਪਤਾ ਲੱਗਦਾ ਹੈ ਕਿ 700 ਈਸਵੀ ਤੋਂ ਕੇਰਲ ਵਿੱਚ ਈਸਾਈ ਭਾਰਤੀ ਭਾਈਚਾਰੇ ਰਹਿੰਦੇ ਸਨ। ਉੱਤਰੀ ਭਾਰਤ ਪਿਛਲੇ ਪਾਠ ਸਿਕੰਦਰ ਬਾਰੇ ਪੜ੍ਹਿਆ ਆਪਾਂ ਨੇ। ਉਹਨਾਂ ਨੇ 326 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰ ਵਿੱਚ ਗਵਰਨਰ ਨਿਯੁਕਤ ਕਰ ਦਿੱਤੇ ਸਨ। ਉਹ ਗਵਰਨਰ ਭਾਰਤ ਅਤੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗ ਪਏ ਸਨ। ਇਹਨਾਂ ਨੂੰ ਇੰਡੋ ਗ੍ਰੀਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਦੋਂ ਸਿਕੰਦਰ ਆਪਣਾ ਰਾਜ ਪਾਠ ਜਿੱਤ ਕੇ ਬਾਅਦ 'ਚ ਆਪਣੇ ਦੇਸ਼ ਚਲਾ ਗਿਆ ਸੀ ਤਾਂ ਜਿਹੜਾ ਪਿਛਲੇ ਜਿੱਤੇ ਹੋਏ ਇਲਾਕੇ ਕਿਸ ਨੂੰ ਸੌਂਪ ਕੇ ਗਿਆ ਸੀ? ਗਵਰਨਰ ਨੂੰ ਸੌਂਪ ਕੇ ਗਿਆ ਸੀ। ਅਤੇ ਗਵਰਨਰ ਭਾਰਤ ਅਤੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗ ਪਏ ਸਨ। ਇਹਨਾਂ ਨੂੰ ਜਿਹੜੇ ਗਵਰਨਰ ਭਾਰਤੀ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗ ਗਏ ਸੀ ਉਹਨਾਂ ਨੂੰ ਕੀ ਕਿਹਾ ਗਿਆ? ਇੰਡੋ ਗ੍ਰੀਕ ਦੇ ਨਾਂ ਨਾਲ ਜਾਣਿਆ ਗਿਆ। ਮੌਰੀਆ ਰਾਜ ਦੇ ਪਤਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਭਾਰਤ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਡਿਮੀਟਰੀਅਸ ਇਹਨਾਂ ਵਿੱਚੋਂ ਇੱਕ ਸੀ। ਇੱਕ ਹੋਰ ਪ੍ਰਸਿੱਧ ਯੂਨਾਨੀ ਮਿਨੇਂਦਰ ਸੀ ਜਿਸਨੇ ਪੁਸ਼ਯਮਿਤਰ ਸੁੰਗ ਦੇ ਕਾਲ ਵਿੱਚ ਹਮਲਾ ਕੀਤਾ ਸੀ। ਉਸਨੇ ਪੰਜਾਬ ਸਮੇਤ ਕੁਝ ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ। ਬੁੱਧ ਸਾਹਿਤ ਵਿੱਚ ਇਹ ਸਮਰਾਟ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ। ਯੂਨਾਨੀ ਸ਼ਾਸਕ ਮਿਨੇਂਦਰ ਹੈ ਜਿਹੜਾ ਕਿ ਬੁੱਧ ਸਾਹਿਤ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ? ਮਿਲਿੰਦ ਨਾਮ ਨਾਲ। ਇਸਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ। ਸ਼ਕ ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨ ਇੱਕ ਕਬੀਲਾ ਸੀ ਜਿਨ੍ਹਾਂ ਨੂੰ ਸ਼ਕ ਕਿਹਾ ਜਾਂਦਾ ਸੀ। ਮੱਧ ਏਸ਼ੀਆ ਤੋਂ ਆਈ ਜਾਤੀ ਸਿਥੀਅਨ ਸੀ। ਇਸਨੂੰ ਕੀ ਕਿਹਾ ਜਾਂਦਾ? ਸ਼ਕ। ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਆਏ ਸਨ ਅਤੇ ਇੱਥੇ ਵਸ ਗਏ। ਸ਼ਕ ਕਿਸ ਰੂਪ ਵਿੱਚ ਭਾਰਤ ਆਏ? ਹਮਲਾਵਰ ਦੇ ਰੂਪ ਵਿੱਚ। ਸ਼ੁਰੂ ਵਿੱਚ ਸ਼ਕਾਂ ਦੀਆਂ ਬਸਤੀਆਂ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼, ਮਥੁਰਾ ਅਤੇ ਮੱਧ ਭਾਰਤ ਵਿੱਚ ਸਨ, ਪਰੰਤੂ ਬਾਅਦ ਵਿੱਚ ਪੱਛਮੀ ਭਾਰਤ ਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਰਾਜ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ। ਰੁਦਰਾ ਦਾਮਨ ਪਹਿਲਾ ਜਿਸਨੇ 200 ਈਸਵੀ ਵਿੱਚ ਰਾਜ ਕੀਤਾ। ਪਹਿਲਾ ਸ਼ਾਸਕ ਕੌਣ ਸੀ? ਸ਼ਕ ਰਾਜਾ ਰੁਦਰ ਦਾਮਨ ਸੀ ਜਿਸਨੇ 200 ਈਸਵੀ ਵਿੱਚ ਰਾਜ ਕੀਤਾ। ਬਹੁਤ ਮਸ਼ਹੂਰ ਸ਼ਕ ਰਾਜਾ ਸੀ। 4ਵੀਂ ਸਦੀ ਦੇ ਅਖੀਰ ਵਿੱਚ ਗੁਪਤ ਸਮਰਾਟ ਚੰਦਰਗੁਪਤ ਦੂਜੇ ਨੇ ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ 'ਤੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ। ਪੱਲਵ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਿਹਾ ਜਾਂਦਾ ਹੈ ਈਰਾਨ ਤੋਂ ਭਾਰਤ ਆਉਣ ਵਾਲਾ ਇੱਕ ਹੋਰ ਵਿਦੇਸ਼ੀ ਕਬੀਲਾ ਸੀ। ਗੋਡੋਫਰਨੀਜ਼ ਇਹਨਾਂ ਦਾ ਇੱਕ ਮਸ਼ਹੂਰ ਰਾਜਾ ਸੀ। ਉਸਨੇ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਪੱਲਵਾਂ ਨੂੰ ਕੀ ਕਿਹਾ ਜਾਂਦਾ? ਪਾਰਥੀਅਨ ਕਿਹਾ ਜਾਂਦਾ। ਕਿੱਥੋਂ ਆਏ ਸੀ? ਈਰਾਨ ਤੋਂ ਆਏ ਸੀ। ਇੱਕ ਵਿਦੇਸ਼ੀ ਕਬੀਲਾ ਸੀ। ਮਸ਼ਹੂਰ ਰਾਜਾ ਕਿਹੜਾ ਸੀ? ਗੋਡੋਫਰਨੀਜ਼। ਕਿਹੜੇ ਸਿੱਕੇ ਚਲਾਏ? ਤਾਂਬੇ ਦੇ। ਪੱਲਵ ਰਾਜ ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਹੀ ਫੈਲਿਆ ਸੀ।
ਗੋਡੋ ਫਰਨੀਸ ਦੀ ਮੌਤ ਦੇ ਬਾਅਦ ਪੱਲਵ ਰਾਜ ਦਾ ਅੰਤ ਹੋ ਗਿਆ ਸੀ। ਉਸ ਸਮੇਂ ਦੇ ਨਾਲ ਭਾਰਤੀ ਸਮਾਜ ਹਿੱਸਾ ਬਣ ਗਏ ਸਨ। ਭਾਰਤੀ ਸਮਾਜ ਦਾ ਜਿਹੜਾ ਹਿੱਸਾ ਬਣ ਗਏ ਸਨ। ਕੁਸ਼ਾਣ ਮੱਧ ਏਸ਼ੀਆ ਤੋਂ ਆਏ ਸਾਰੇ ਕਬੀਲਿਆਂ ਵਿੱਚੋਂ ਕੁਸ਼ਾਣ ਸਭ ਤੋਂ ਮਹੱਤਵਪੂਰਨ ਸੀ। ਮੱਧ ਏਸ਼ੀਆ ਤੋਂ ਕਿਹੜੇ ਕਿਹੜੇ ਕਬੀਲੇ ਆਏ? ਸ਼ਕ ਆਏ, ਸ਼ਕ, ਪੱਲਵ ਤੇ ਕੁਸ਼ਾਣ। ਮਹੱਤਵਪੂਰਨ ਕਿਹੜਾ ਸੀ? ਕੁਸ਼ਾਣ। ਮੱਧ ਏਸ਼ੀਆ ਤੋਂ ਆਏ ਕਬੀਲਿਆਂ ਵਿੱਚੋਂ ਕੁਸ਼ਾਣ ਸਭ ਤੋਂ ਮਹੱਤਵਪੂਰਨ। ਉਹ ਚੀਨ ਦੀ ਸਰਹੱਦ ਉੱਤੇ ਰਹਿਣ ਵਾਲੇ ਸਨ। ਪੱਛਮ ਦਿਸ਼ਾ ਵਿੱਚ ਯਾਤਰਾ ਕਰਦੇ ਸਨ। ਉਹ 100 ਈਸਾ ਪੂਰਵ ਵਿੱਚ ਅਫਗਾਨਿਸਤਾਨ ਪਹੁੰਚ ਗਏ ਸਨ। ਇਹਨਾਂ ਦੇ ਰਾਜਾ ਕੁਜਲ ਕੈਡਫਿਸ ਨੇ ਪੰਜਾਬ 'ਤੇ ਅਧਿਕਾਰ ਕਰ ਲਿਆ ਸੀ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ। ਉਸਨੇ 78 ਤੋਂ 102 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਉਸਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ, ਬਲਖ ਸ਼ਾਮਿਲ ਸਨ। ਉਸਨੇ ਚੀਨੀ ਸੈਨਾਪਤੀ ਪਾਉਨ ਚਾਓ ਨਾਲ ਵੀ ਯੁੱਧ ਕੀਤਾ ਸੀ। ਮਹੱਤਵਪੂਰਨ ਜਿਹੜਾ ਕਿ ਮੱਧ ਏਸ਼ੀਆ ਤੋਂ ਆਇਆ ਕਿਹੜਾ ਕਬੀਲਾ ਸੀ? ਕੁਸ਼ਾਣ ਕਬੀਲਾ ਸੀ। ਇਹ ਪਹਿਲਾਂ ਕਿੱਥੇ ਰਹਿੰਦੇ ਸੀ? ਚੀਨ ਦੀ ਸਰਹੱਦ 'ਤੇ ਪੱਛਮ ਦਿਸ਼ਾ ਵੱਲ ਯਾਤਰਾ ਕੀਤੀ। ਅਫਗਾਨਿਸਤਾਨ 'ਤੇ ਕਦੋਂ ਪਹੁੰਚੇ? 100 ਈਸਾ ਪੂਰਵ ਵਿੱਚ। ਮਹੱਤਵਪੂਰਨ ਰਾਜਾ ਕਿਹੜਾ ਸੀ? ਕੁਜਲ ਕੈਡਫਿਸ। ਵੰਸ਼ ਦਾ ਸਭ ਤੋਂ ਪ੍ਰਸਿੱਧ ਪਹਿਲਾ ਰਾਜਾ ਸੀ ਜਿਹੜਾ ਕਿ ਕੁਜਲ ਕੈਡਫਿਸ ਸੀ। ਅਤੇ ਮਹੱਤਵਪੂਰਨ ਰਾਜਾ ਕਨਿਸ਼ਕ ਸੀ। ਇਸਨੇ 78 ਤੋਂ 102 ਈਸਵੀ ਤੱਕ ਰਾਜ ਕੀਤਾ। ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਮੰਨਦਾ ਸੀ। ਅਸ਼ੋਕ ਕਿਸ ਧਰਮ ਨੂੰ ਮੰਨਦਾ ਸੀ? ਬੁੱਧ ਧਰਮ ਨੂੰ। ਉਸਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ ਜਿਸ ਨੂੰ ਬੋਧੀ ਬੁੱਧ ਸਭਾ ਕਿਹਾ ਜਾਂਦਾ ਸੀ। ਇਹ 100 ਈਸਵੀ ਵਿੱਚ ਚੌਥੀ ਸਭਾ ਬੁਲਾਈ ਸੀ ਮਹਾਤਮਾ ਬੁੱਧ ਦੀ। ਉਸਨੇ ਬਹੁਤ ਸਾਰੇ ਬੌਧ ਸਤੂਪ ਅਤੇ ਵਿਹਾਰ ਵੀ ਬਣਵਾਏ। ਇਸ ਦੇ ਦਰਬਾਰ ਵਿੱਚ ਅਸ਼ਵ ਘੋਸ਼ ਅਤੇ ਹੋਰ ਕਈ ਵਿਦਵਾਨ ਰਹਿੰਦੇ ਸਨ। ਅਸ਼ਵ ਘੋਸ਼ ਕਿਸ ਦੇ ਦਰਬਾਰ ਦਾ ਕਵੀ ਸੀ? ਜਿਹੜਾ ਕਿ ਅਸ਼ੋਕ ਦੇ। ਉਹ ਕਲਾ ਦਾ ਵੀ ਸਰਪ੍ਰਸਤ ਸੀ। ਕਨਿਸ਼ਕ ਦੇ ਦਰਬਾਰ ਵਿੱਚ ਰਹਿੰਦਾ ਸੀ ਅਸ਼ਵ ਘੋਸ਼। ਕਲਾ ਦਾ ਸਰਪ੍ਰਸਤ ਸੀ। ਉਸਦੇ ਸਮੇਂ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਉੱਤਰ ਪੱਛਮੀ ਪਾਕਿਸਤਾਨ ਵਿੱਚ ਕੰਧਾਰ ਦਾ ਖੇਤਰ ਬੌਧ ਕਲਾ ਲਈ ਪ੍ਰਸਿੱਧ ਸੀ। ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਇਸ ਕਲਾ ਨੂੰ ਕੰਧਾਰ ਕਲਾ ਕਹਿੰਦਾ। ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਕਲਾ ਨੂੰ ਕਿਹੜੀ ਕਲਾ ਕਹਿੰਦਾ? ਕੰਧਾਰ ਕਲਾ ਨਾਲ ਜਾਣਿਆ ਜਾਂਦਾ। ਇਸੇ ਤਰ੍ਹਾਂ ਮਥੁਰਾ ਵੀ ਕਲਾ ਦਾ ਪ੍ਰਸਿੱਧ ਕੇਂਦਰ ਬਣ ਗਿਆ। ਕੁਸ਼ਾਣ ਕਾਲ ਵਿੱਚ ਇੱਥੇ ਬਹੁਤ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਕਨਿਸ਼ਕ ਦੇ ਸਮੇਂ ਬੁੱਧ ਦੀ ਮੂਰਤੀ ਪੂਜਾ ਸ਼ੁਰੂ ਹੋ ਗਈ ਸੀ। ਕਨਿਸ਼ਕ ਨੇ ਬਹੁਤ ਸਾਰੇ ਸੋਨੇ ਅਤੇ ਤਾਂਬੇ ਦੇ ਸਿੱਕੇ ਵੀ ਜਾਰੀ ਕੀਤੇ। ਉਹ ਇਤਿਹਾਸ ਵਿੱਚ ਇੱਕ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ। ਕਨਿਸ਼ਕ ਦੇ ਬਾਅਦ ਵਸ਼ਿਸ਼ਕ, ਹੁਵਿਸ਼ਕ, ਵਾਸੁਦੇਵ ਆਦਿ ਕੁਸ਼ਾਣ ਰਾਜਿਆਂ ਨੇ ਰਾਜ ਕੀਤਾ, ਪਰੰਤੂ ਉਹ ਕਨਿਸ਼ਕ ਵਾਂਗ ਸ਼ਕਤੀਸ਼ਾਲੀ ਨਹੀਂ ਸਨ। 3ਵੀਂ ਸਦੀ ਵਿੱਚ ਕੁਸ਼ਾਣ ਰਾਜ ਦਾ ਅੰਤ ਹੋ ਗਿਆ ਸੀ। ਇਹ ਸੀ ਅੱਜ ਦਾ ਆਪਣਾ ਹਿਸਟਰੀ ਦਾ 6th ਕਲਾਸ ਦਾ ਪਾਠ। ਭਾਰਤ 200 ਈਸਾ ਪੂਰਵ ਤੋਂ 300 ਈਸਵੀ ਤੱਕ ਕਿਵੇਂ ਦੀ ਰੀਡਿੰਗ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਪੂਰਾ ਲੈਸਨ। ਔਖੀ ਕੁਛ ਵੀ ਨਹੀਂ ਹੈਗੀ, ਗੱਲ ਸਮਝਣ ਵਾਲੀ। ਵੀਡੀਓ ਨੂੰ ਜਿਹੜਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਆਪਾਂ ਪਾਠ ਪੁਸਤਕ ਚੱਕਣ ਲੱਗਿਆ ਤਾਂ ਥੋੜ੍ਹੀ ਮਿਸ ਕਰ ਜਾਂਦੇ ਹਾਂ ਕਿ ਕੀ ਚੱਕਣੀ ਆ। ਬਸ ਫੋਨ ਤੋਂ ਤਾਂ ਵਧੀਆ ਪੜ੍ਹਿਆ ਜਾਂਦਾ ਹੈ। ਇਸ ਕਰਕੇ ਜਿਹੜੀ ਕਿ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ। ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ ਕੁਐਸਚਨ ਰਿਪੀਟ ਕਰਾਏ ਜਾਂਦੇ ਨੇ, ਅਤੇ ਸਕੂਲ ਸਟੂਡੈਂਟ ਲਈ ਵੀ ਵਧੀਆ ਇਹ। ਜੇ ਸਕੂਲ ਸਟੂਡੈਂਟ ਕਹਿਣ ਤਾਂ ਆਪਾਂ ਇਹਨਾਂ ਦੀ ਜਿਹੜੀ ਐਕਸਰਸਾਈਜ਼ ਹੁੰਦੀ ਆ ਉਹ ਵੀ ਕਰਾ ਦਿਆ ਕਰਾਂਗੇ, ਪ੍ਰਸ਼ਨ ਉੱਤਰ, ਮੈਚਿੰਗ, ਫਿਲਿਪਸ ਵਗੈਰਾ। ਵਧੀਆ ਲੱਗੇ ਤਾਂ ਲਾਈਕ ਕਰ ਦਿਓ ਵੀਡੀਓ ਨੂੰ, ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ।